ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਪਿਆਰਿਆ ਜੀਓ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸੋ। ਸਿਮਰ ਸੁਆਮੀ ਸੁਖ ਹੈ ਗਾਮੀ, ਇਛ ਛਗਲੀ ਪੁੰਨੀਆ। ਪੁਰ ਬੇ ਕਮਾਏ ਸ੍ਰੀ ਰੰਗ ਪਾਏ, ਹਰ ਮਿਲੇ ਚਿਰੀ ਵਿਛੁੰਨਿਆ। ਅੰਤਰ ਬਾਹਰ ਸਰਬਤ ਰਵਿਆ, ਮਨ ਉਪਜਿਆ ਵਿਸਵਾਸੋ। ਨਾਨਕ ਸਿੱਖ ਦੇ ਮਨ ਪ੍ਰੀਤਮ, ਕਰ ਸੰਤਾਂ ਸੰਗ ਨਿਵਾਸੋ। ਮਨ ਪਿਆਰਿਆ ਜੀਓ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਨਾ। ਮਨ ਪਿਆਰਿਆ ਜੀਓ ਮਿੱਤਰਾ, ਹਰ ਜਲ ਮਿਲ ਜੀਵੇ ਮੀਨਾ। ਹਰ ਪੀ ਅਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾਂ ਮਨ ਬੁੱਠੇ। ਸ੍ਰੀ ਧਰ ਪਾਏ ਮੰਗਲ ਗਾਏ, ਇਛ ਪੁੰਨੀ ਸਤਿਗੁਰ ਤੁਠੇ। ਲੜ ਲੀਨੇ ਲਾਏ ਨਾਉ ਨਿਧ ਪਾਏ, ਨਾਉ ਸਰਬਸ ਠਾਕੁਰ ਦੀਨਾ। ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਦੱਖਣਾ ਹਠ ਮਝਾਹੂ ਮਾ ਪੀਰੀ, ਪਸੇ ਕਿਉ ਦੀਦਾਰ। ਸੰਤ ਸਰਣਾਈ ਲੱਭਣੇ, ਨਾਨਕ ਪ੍ਰਾਣ ਆਧਾਰ। ਛੰਤ ਚਰਨ ਕਮਲ ਸਿਉ ਪ੍ਰੀਤ ਰੀਤ, ਸੰਤਨ ਮਨ ਆਵਏ ਜੀਉ। ਦੁਤੀਆ ਭਾਉ ਬਪਰੀਤ ਅਨੀਤ, ਦਾਸਾਂ ਨਹਿ ਭਾਵੈ ਜੀਉ। ਦਾਸਾਂ ਨਹਿ ਭਾਵੈ ਬਿਨ ਦਰਸਾਵੈ, ਏਕ ਖਿਨ ਧੀਰਜ ਕਿਉ ਕਰੈ। ਨਾਮ ਬਿਹੂਨਾ ਤਨ ਮਨ ਹੀਨਾ, ਜਲ ਬਿਨ ਮਛਲੀ ਜਿਉ ਮਰੈ। ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ, ਗੁਣ ਸਾਧ ਸੰਗ ਮਿਲ ਗਾਵੈ। ਨਾਨਕ ਕੇ ਸੁਆਮੀ ਧਾਰ ਅਨੁਗ੍ਰਹੁ, ਮਨ ਤਨ ਅੰਕ ਸਮਾਵੈ। ਦੱਖਣਾ ਸੋ ਹੰਦੜੋ ਹਬ ਠਾਏ, ਕੋਇ ਨ ਦਿਸੈ ਡੂਜੜੋ। ਖੁੱਲੜੇ ਕਪਾਟ, ਨਾਨਕ ਸਤਿਗੁਰ ਭੇਟ ਤੇ। ਛੰਤ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ। ਬਾਣੀ ਵਿਚਾਰੀਐ ਜੀਉ, ਸਿਮਰਤ ਸਾਸ ਗਿਰਾਸ। ਪੂਰਨ ਵਿਸਵਾਸ, ਕਿਉ ਮਨਹੁ ਵਿਸਾਰੀਐ ਜੀਉ।
ਕਿਉ ਮਨਹੁ ਬੇਸਾਰੀਐ, ਨਿਮਖ ਨਹੀਂ ਟਾਰੀਐ। ਗੁਣਵੰਤ ਪ੍ਰਾਣ ਹਮਾਰੇ, ਮਨ ਬਾਂਸਤ ਫਲ ਦੇਤ ਹੈ ਸੁਆਮੀ। ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ ਸਰਬ ਕੈ ਸਾਥੇ। ਜਪ ਜੂਐ ਜਨਮ ਨਾ ਹਾਰੀਆ, ਜਪ ਜੂਐ ਜਨਮ ਨਾ ਹਾਰੀਐ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਪਵ ਜਲ ਤਾਰੀਐ। ਡਖਣਾ ਧੂੜੀ ਮੱਜਨ ਸਾਧਖੇ, ਸਾਈ ਥੀਏ ਕਿਰਪਾਲ। ਲੱਦੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ। ਧੂੜੀ ਮੱਜਨ ਸਾਧਖੇ, ਸਾਈ ਥੀਏ ਕਿਰਪਾਲ। ਲੱਦੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪ ਜੀ ਨੇ ਗਿਆਨ ਗੁਰੂ ਜੀ ਦੇ 80ਵੇਂ ਅੰਗ ਦਾ ਪਾਠ ਸਰਵਣ ਕੀਤਾ ਹੈ। ਪਿਛਲੀ ਵਿਚਾਰ ਦੇ ਵਿੱਚ ਆਪਾਂ ਜੀਵ ਇਸਤਰੀ ਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਮਿਲਾਪ ਦੀ ਵਿਚਾਰ ਕੀਤੀ ਹੈ ਕਿ ਜੀਵ ਇਸਤਰੀ ਦਾ ਵਿਆਹ ਕਿਵੇਂ ਹੁੰਦਾ ਅਤੇ ਕਿਹੜਾ ਦਾਜ ਇਹਨੂੰ ਚਾਹੀਦਾ ਹੈ, ਅਤੇ ਆਪਣੇ ਪਤੀ ਪਰਮੇਸ਼ਵਰ ਦੀ ਸੋਭਾ ਕਰਨੀ, ਉਹਦੀ ਵਡਿਆਈ ਕਰਨੀ, ਉਹਦੇ ਗੁਣਾਂ ਦੀ ਵਡਿਆਈ ਕਰਨੀ। ਇਹ ਜੀਵ ਇਸਤਰੀ ਦਾ ਪਹਿਲਾ ਨੇਮ, ਪਹਿਲਾ ਕਾਰਜ ਹੈ ਸਾਧ ਸੰਗਤ ਜੀ। ਜਿਸ ਤਰ੍ਹਾਂ ਇੱਕ ਇਹ ਵਿਧੀ ਹੈ, ਕਿਉਂਕਿ ਤੁਮਰੀ ਗਤ ਮਿਤ ਤੁਮ ਹੀ ਜਾਣੇ। ਪਾਰ ਬ੍ਰਹਮ ਪਰਮੇਸ਼ਵਰ ਦੀ ਕੀ ਅਵਸਥਾ ਹੈ, ਉਹਦੀ ਕਿਹੋ ਜਿਹੀ ਲੀਲਾ ਕਰਨੀ ਹੈ, ਇਹ ਮਾਲਕ ਆਪ ਹੀ ਆਪ ਜਾਣਦਾ ਹੈ। ਗਤ ਹੁੰਦੀ ਹੈ ਸਾਧ ਸੰਗਤ ਜੀ ਅਵਸਥਾ, ਮਿਤ ਕਹਿੰਦੇ ਆ ਲੀਲਾ, ਕਿ ਮਾਲਕ ਦੀ ਕਿਹੋ ਜਿਹੀ ਮਾਲਕ ਨੇ ਲੀਲਾ ਰਚਣੀ ਹੈ, ਇਹ ਮਾਲਕ ਆਪ ਹੀ ਜਾਣਦਾ ਹੈ। ਜਿਵੇਂ ਗੁਰਮਤ ਦੇ ਅਨੁਸਾਰ ਇੱਕ ਤਾਂ ਵਿਆਹ ਹੋ ਗਿਆ ਇਹ ਜੀਵ ਇਸਤਰੀ ਅਤੇ ਪਰਮਾਤਮਾ ਦਾ, ਪਰਮੇਸ਼ਵਰ ਦਾ। ਇੱਕ ਤਾਂ ਇਹ ਵਿਧਾਨ ਹੈ ਮਾਲਕ ਦੇ ਨਾਲ ਰਹਿਣ ਦਾ। ਇੱਕ ਸਾਧ ਸੰਗਤ ਜੀ ਵਿਧਾਨ ਹੈ, ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜ਼ਰੂਰੀ ਨਹੀਂ ਹੈ ਵੀ ਸਾਨੂੰ ਪਤਨੀ ਦੇ ਰੂਪ ਦੇ ਵਿੱਚ ਮਾਲਕ ਨੇ ਸਵੀਕਾਰ ਕਰਨਾ। ਇਹ ਵੀ ਗੱਲ ਹੈ, ਬਹੁਤ ਧਿਆਨ ਦੇਣ ਯੋਗ ਗੱਲ ਹੈ, ਵਿਚਾਰ ਹੈ। ਜ਼ਰੂਰੀ ਨਹੀਂ ਹੈ ਕਿ ਮਾਲਕ ਨੇ ਸਾਨੂੰ ਪਤਨੀ ਦੇ ਰੂਪ ਦੇ ਵਿੱਚ ਪ੍ਰਵਾਨ ਕਰਨਾ, ਕਿਉਂਕਿ ਉਹ ਸਾਡਾ ਕੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਓ। ਕਿਉਂਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਪਿਤਾ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ। ਜ਼ਰੂਰੀ ਨਹੀਂ ਹੈ ਵੀ ਪਤੀ ਰੂਪ ਦੇ ਵਿੱਚ ਹੀ ਉਹਨੇ ਸਾਨੂੰ ਸਵੀਕਾਰ ਕਰਨਾ। ਪਿਤਾ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ, ਮਾਤਾ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ,
ਰਿਸ਼ਤੇਦਾਰਾਂ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ, ਭਰਾਵਾਂ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ, ਅਤੇ ਪੁੱਤਰਾਂ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ। ਸੋ ਇਸ ਕਰਕੇ ਸਾਧ ਸੰਗਤ ਜੀ ਕੋਈ ਦਾਅਵਾ ਨਹੀਂ ਹੈ ਇਸ ਗੱਲ ਦਾ ਵੀ ਜੀਵ ਇਸਤਰੀ ਨੂੰ ਮਾਲਕ ਨੇ ਵਿਆਹੁਣ ਆਉਣਾ, ਉਹਦੀ ਮੌਜ ਆ, ਉਹਦੀ ਲੀਲਾ, ਮਾਲਕ ਦੀ ਆਪਣੀ ਪਰਸਨਲ ਲੀਲਾ। ਸਾਧ ਸੰਗਤ ਜੀ, ਉਹਨੇ ਸਾਨੂੰ ਸਵੀਕਾਰ ਕਰਨਾ ਜਾਂ ਨਹੀਂ ਕਰਨਾ, ਜੇ ਸਵੀਕਾਰ ਕਰਨਾ ਤਾਂ ਕਿਹੜੇ ਰੂਪ ਦੇ ਵਿੱਚ ਕਰਨਾ, ਇਹਦੇ ਬਾਰੇ ਆਪਾਂ ਕੋਈ ਕਿਸੇ ਗੱਲ ਦਾ ਦਾਅਵਾ ਨਹੀਂ ਕਰ ਸਕਦੇ ਸਾਧ ਸੰਗਤ। ਸੋ ਇਸ ਕਰਕੇ ਬਹੁਤ ਜ਼ਰੂਰੀ ਇਹੀ ਗੱਲ ਹੈ ਵੀ ਆਪਾਂ ਆਪਣਾ ਆਚਾਰ ਵਿਵਹਾਰ ਵਿਚਾਰ ਇਹ ਸ੍ਰੇਸ਼ਟ ਕਰ ਲਈਏ, ਕਿਉਂ ਮਾਲਕ ਦੀ ਕੋਈ ਲੀਲਾ ਦਾ ਆਪਾਂ ਨੂੰ ਗਿਆਨ ਨਹੀਂ। ਮਾਲਕ ਨੇ ਕਿਹੋ ਜਿਹੀ ਲੀਲਾ ਰਚੀ ਹੈ, ਕਿਹੋ ਜਿਹੀ ਰਚ ਰਿਹਾ, ਕਿਹੋ ਜਿਹੀ ਰਚੇਗਾ। ਤਾਂ ਤੇ ਸਾਨੂੰ ਕੀ ਕਰਨਾ ਚਾਹੀਦਾ, ਸਾਡੇ ਸ਼ੁਭ ਵਿਚਾਰ ਹੋਣ, ਸ਼ੁਭ ਵਿਚਾਰਾਂ ਦੇ ਨਾਲ ਸ਼ੁਭ ਆਚਾਰ ਬਣਦਾ, ਸ਼ੁਭ ਆਚਾਰ ਆਚਰਣ ਦੇ ਨਾਲ ਸਾਡਾ ਸ਼ੁਭ ਵਿਵਹਾਰ ਬਣਦਾ, ਲੋਕਾਂ ਦੇ ਨਾਲ ਮਿਲਵਰਤਣ ਦਾ ਤੌਰ ਤਰੀਕਾ ਜਿਹੜਾ ਉਹ ਬਣਦਾ ਹੈ। ਸੋ ਆਪਾਂ ਸਾਧ ਸੰਗਤ ਜੀ ਕੋਸ਼ਿਸ਼ ਕਰਨੀ ਹੈ ਵੀ ਸਾਡਾ ਜਿਹੜਾ ਵਿਵਹਾਰ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਆਵੇ। ਜੇਕਰ ਕਮੀ ਆਉਂਦੀ ਹੈ ਤਾਂ ਅਗਲੀ ਵਾਰੀ ਉਹਨੂੰ ਸੁਧਾਰਿਆ ਜਾ ਸਕਦਾ, ਕਿਉਂਕਿ ਗਲਤੀਆਂ ਕੰਮ ਕਰਾਂਗੇ ਵਿਚਰਾਂਗੇ, ਗਲਤੀਆਂ ਤਾਂ ਹੁੰਦੀਆਂ ਹੀ ਨੇ, ਫਿਰ ਗਲਤੀਆਂ ਨੂੰ ਸਾਧ ਸੰਗਤ ਸੁਧਾਰਿਆ ਵੀ ਜਾ ਸਕਦਾ ਹੈ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਵੀ ਮਾਲਕ ਸਾਨੂੰ ਪਿਤਾ ਦੇ ਰੂਪ ਦੇ ਵਿੱਚ, ਪਤੀ ਦੇ ਰੂਪ ਦੇ ਵਿੱਚ, ਮਾਂ ਭੈਣ ਧੀ ਪੁੱਤਰ ਬੱਚਿਆਂ ਦੇ ਰੂਪ ਦੇ ਵਿੱਚ ਵੀ ਸਾਨੂੰ ਮਿਲ ਸਕਦਾ ਹੈ। ਉਹਦੀ ਆਪਣੀ ਮੌਜ ਅਤੇ ਆਪਣੀ ਹੀ ਲੀਲਾ ਹੈ। ਸੋ ਇਸ ਕਰਕੇ ਜਦੋਂ ਸਾਡਾ ਆਚਾਰ ਵਿਵਹਾਰ ਅਤੇ ਵਿਚਾਰ ਵਧੀਆ ਹੋਣਗੇ ਇਸ ਸੰਸਾਰ ਦੇ ਵਿੱਚ, ਫਿਰ ਮਾਲਕ ਦੀ ਸਾਧ ਸੰਗਤ ਜੀ ਇਹ ਵੀ ਲੀਲਾ ਦਾ ਕੋਈ ਪਤਾ ਨਹੀਂ। ਮਾਲਕ ਸਾਡੀ ਡਿਊਟੀ, ਕਿਉਂ ਰੂਹਾਂ ਦਾ ਖੇਡ ਹੈ ਸਾਰਾ, ਰੂਹਾਂ ਦਾ ਹੀ ਖੇਡਾ ਚੱਲ ਰਿਹਾ ਹੈ। ਸਰੀਰ ਤਾਂ ਬਣ ਜਾਂਦੇ ਆ, ਢਹਿ ਜਾਂਦੇ ਆ, ਬਣ ਜਾਂਦੇ ਢਹਿ ਜਾਂਦੇ ਆ, ਪਿੱਛੇ ਬਚ ਗਈਆਂ ਰੂਹਾਂ। ਸੋ ਰੂਹਾਂ ਦਾ ਖੇਡ ਹੈ, ਜਿਹਦਾ ਆਚਾਰ ਆਚਰਣ ਵਿਵਹਾਰ ਵਧੀਆ, ਮਾਲਕ ਦੀ ਮੌਜ ਆ, ਕਿਸੇ ਹੋਰ ਧਰਤੀ 'ਤੇ ਵੀ ਉਹਦੀ ਡਿਊਟੀ ਲਾ ਸਕਦਾ। ਜਿਵੇਂ ਆਪਾਂ ਕਿਸੇ ਕੰਪਨੀ 'ਚ ਕੰਮ ਕਰਦੇ ਹਾਂ, ਮਾਲਕ ਤਾਂ ਇੱਕੋ ਹੀ ਆ ਕੰਪਨੀ ਦਾ। ਮੰਨ ਲਓ ਇੱਕ ਮਾਲਕ ਹੈ, ਅਸੀਂ ਵਰਕਰ ਹਾਂ, ਸਾਨੂੰ ਮਾਲਕ ਕਿਸੇ ਵੀ ਡਿਊਟੀ 'ਤੇ ਲਾ ਸਕਦਾ, ਸਾਡੀ ਯੋਗਤਾ ਦੇਖ ਕੇ ਕਿਸੇ ਵੀ ਡਿਊਟੀ 'ਤੇ ਮਾਲਕ ਸਾਨੂੰ ਲਾ ਸਕਦਾ, ਸਾਡੀ ਯੋਗਤਾ ਵੇਖ ਕੇ। ਇਸ ਕਰਕੇ ਉਹ ਮਾਲਕ ਪਰਮੇਸ਼ਵਰ ਸਾਡੀ ਯੋਗਤਾ ਦੇ ਅਨੁਸਾਰ ਸਾਨੂੰ ਕਿਸੇ ਹੋਰ ਧਰਤੀ 'ਤੇ ਵੀ ਭੇਜ ਸਕਦਾ ਹੈ। ਇਹ ਉਹਦੀ ਮੌਜ, ਉਹਦੀ ਲੀਲਾ, ਉਹਦੀ ਅਵਸਥਾ, ਉਹਦੀ ਆਪਣੀ ਹੀ ਮੌਜ ਹੈ। ਸਾਧ ਸੰਗਤ ਜੀ, ਸਾਡਾ ਵਿਵਹਾਰ ਕਿਹੋ ਜਿਹਾ ਅਸੀਂ ਕਰਨਾ ਚਾਹੁੰਦੇ ਹਾਂ, ਕਿਹੋ ਜਿਹੀ ਸਾਡੀ ਸੋਚ ਆ, ਸੰਸਾਰ ਕਿਹੋ ਜਿਹਾ ਹੋਣਾ ਚਾਹੀਦਾ, ਸਾਡੇ ਕੀ ਵਿਚਾਰ ਹੈ ਮਾਲਕ ਬਾਰੇ, ਮਾਲਕ ਦੀ ਕੁਦਰਤ ਬਾਰੇ, ਸਾਡੇ ਕਿਹੋ ਜਿਹੇ ਵਿਚਾਰ ਨੇ, ਕਿੰਨੀ ਕੁ ਸੋਹਣੀ ਕੁਦਰਤ ਹੋਣੀ ਚਾਹੀਦੀ ਹੈ। ਸੋ ਐਸੀਆਂ ਵਿਚਾਰਾਂ ਸਾਧ ਸੰਗਤ ਜੀ, ਕਿਹੋ ਜਿਹਾ ਸਾਡਾ ਵਿਵਹਾਰ ਆਚਾਰ ਹੈ, ਵਿਚਾਰ ਹੈ, ਇਹਨਾਂ ਦੇ ਅਨੁਕੂਲ ਹੀ ਫਿਰ ਸਾਨੂੰ ਅੱਗੇ ਪਰਲੋਕ ਦੇ ਵਿੱਚ ਕੀ ਹੈ, ਅਹੁਦਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਇਸ ਕਰਕੇ ਮਾਲਕ ਦੀ ਮੌਜ ਆ ਕਿ ਸਾਨੂੰ ਕਿਸੇ ਹੋਰ ਧਰਤੀ 'ਤੇ ਵੀ ਮਾਲਕ ਕੀ ਕਰ ਸਕਦਾ, ਕਾਰਜ ਕਰਨ ਵਾਸਤੇ ਭੇਜ ਸਕਦਾ ਹੈ, ਕਿਉਂਕਿ ਉਹਦੀ ਲੀਲਾ, ਉਹਦੀ ਮੌਜ ਉਹ ਆਪ ਹੀ ਜਾਣਦਾ ਹੈ। ਸੋ ਇਸ ਕਰਕੇ ਕਈ ਵਾਰੀ ਆਪ ਜੀ ਨੇ ਸੁਣਿਆ ਹੋਵੇਗਾ ਕਿ ਜਿਹਦੀਆਂ ਇੱਥੇ ਲੋੜਾਂ ਅਤੇ ਉਹਦੀਆਂ ਉੱਥੇ ਵੀ ਲੋੜਾਂ ਨੇ।
ਮਾਲਕ ਦੀ ਮੌਜ ਆ। ਕਈ ਵਾਰੀ ਆਮ ਸੰਸਾਰ ਦੇ ਵਿੱਚੋਂ ਆਪਾਂ ਸੁਣੀ ਹੋਈ ਗੱਲ ਕਰਦੇ ਹਾਂ ਕਿ ਕਹਿੰਦੇ ਚੰਗੇ ਬੰਦਿਆਂ ਦੀ ਇੱਥੇ ਵੀ ਲੋੜ ਹੈ ਅਤੇ ਮਾਲਕ ਨੂੰ ਵੀ ਲੋੜ ਹੈ। ਚੰਗੇ ਇਨਸਾਨ ਕਈ ਵਾਰੀ ਛੇਤੀ ਸੰਸਾਰ ਤੋਂ ਚਲੇ ਜਾਂਦੇ ਨੇ। ਇੱਕ ਕਹਾਵਤ ਬਣ ਗਈ ਵੀ ਮਾਲਕ ਨੂੰ ਵੀ ਚੰਗੇ ਪੁਰਸ਼ਾਂ ਦੀ ਲੋੜ ਹੈ ਭਾਈ। ਸੋ ਇਸ ਕਰਕੇ ਸਾਧ ਸੰਗਤ ਜੀ ਕੋਈ ਅਤ ਕਥਨੀ ਨਹੀਂ ਹੈ ਕਿ ਮਾਲਕ ਸਾਡੇ ਵਿਵਹਾਰ ਨੂੰ ਵੇਖ ਕੇ ਵੀ ਇਹ ਰੂਹ ਨੇਕ ਹੈ, ਪਾਕ ਹੈ, ਪਵਿੱਤਰ ਹੈ ਜਾਂ ਮਲੀਨ ਹੈ। ਉਹਦੇ ਹਿਸਾਬ ਦੇ ਨਾਲ ਸਾਧ ਸੰਗਤ ਜੀ ਸਾਡੀਆਂ ਹੋਰ ਧਰਤੀਆਂ 'ਤੇ ਵੀ ਡਿਊਟੀਆਂ ਲੱਗ ਸਕਦੀਆਂ ਨੇ, ਕੋਈ ਵੱਡੀ ਗੱਲ ਨਹੀਂ ਹੈ। ਸੋ ਇਸ ਕਰਕੇ ਜਦੋਂ ਅਸੀਂ ਮਾਲਕ ਦੇ ਨਾਲ ਪਿਆਰ ਕਰਦੇ ਹਾਂ ਫਿਰ ਸਾਨੂੰ ਕੀ ਹੁੰਦਾ, ਸੋ ਹੰਦੜੋ ਹਬ ਠਾਏ ਕੋਏ ਨਾ ਦਿਸੈ ਦੂਜੜੋ। ਜੇ ਸਾਡੀ ਹੋਰ ਧਰਤੀ 'ਤੇ ਵੀ ਕਿਸੇ ਡਿਊਟੀ ਲੱਗ ਗਈ ਮੰਨ ਲਓ, ਫਿਰ ਸਾਡੇ ਵਾਸਤੇ ਕੀ ਹੋਊ, ਸੋ ਹੰਦੜੋ ਹਬ ਠਾਏ। ਹਬ ਠਾਏ ਸਾਰੇ ਥਾਂ ਸੋਭਨੀਕ ਨੇ, ਕੋਈ ਨਾ ਦਿਸੈ ਦੂਜੜੋ, ਕਿਉਂਕਿ ਸਾਰੀ ਰਚਨਾ ਮਾਲਕ ਦੀ ਹੈ। ਕੋਈ ਦੂਜਾ ਤਾਂ ਹੈ ਨਹੀਂ ਹੋਰ ਰਚਨਾ ਦਾ ਮਾਲਕ, ਇੱਕੋ ਹੀ ਹੈ ਨਾ, ਇੱਕ ਓਅੰਕਾਰ, ਇੱਕੋ ਹੀ ਹੈ ਰਚਨਾ ਦਾ ਮਾਲਕ, ਦੂਸਰਾ ਨਹੀਂ ਹੈ। ਸੋ ਸਾਧ ਸੰਗਤ ਜੀ ਫਿਰ ਜਦੋਂ ਸਾਡੀ ਕਿਤੇ ਵੀ ਡਿਊਟੀ ਲੱਗ ਗਈ ਫਿਰ ਸਾਡੇ ਲਈ ਸੁਹੰਦੜੋ ਹਬ ਠਾਏ ਕੋਈ ਨਾ ਦਿਸੈ ਦੂਜੜੋ, ਖੁੱਲ੍ਹੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਸਤਿਗੁਰੂ ਦੇ ਨਾਲ ਮਿਲਾਪ ਕੀਤਿਆਂ ਜਿਹੜੇ ਅਗਿਆਨ ਦੇ ਕਪਾਟ ਨੇ ਪੜਦੇ ਨੇ ਸਾਧ ਸੰਗਤ ਜੀ, ਉਹ ਖੁੱਲ੍ਹ ਜਾਂਦੇ ਨੇ, ਭਾਵ ਦੂਰ ਹੋ ਜਾਂਦੇ ਨੇ। ਜਿਹੜੇ ਅਗਿਆਨ ਦੇ ਪਰਦਿਆਂ ਦੇ ਵਿੱਚ ਸਾਡੀ ਸੋਚ ਨੂੰ, ਸੁਰਤ, ਮਰਤ, ਮਾਨ, ਬੁੱਧ ਨੂੰ ਕੈਦ ਕੀਤਾ ਹੋਇਆ, ਉਹ ਜਦੋਂ ਪਰਦੇ ਖੁੱਲ੍ਹ ਜਾਂਦੇ ਨੇ ਸਾਧ ਸੰਗਤ ਜੀ, ਫਿਰ ਸਾਡੀ ਸੋਚ ਹੈ ਜਿਹੜੀ, ਸਾਡੀ ਵਿਚਾਰ ਹੈ ਵਿਸ਼ਾਲ, ਕੁਦਰਤ ਵਰਗੀ ਵਿਸ਼ਾਲ ਹੋ ਜਾਂਦੀ ਹੈ। ਜਿਵੇਂ ਕੁਦਰਤ ਵਿਸ਼ਾਲ ਹੈ, ਕੁਦਰਤ ਦਾ ਨਾ ਆਰਾ ਵਾਰਾ ਨਾ ਪਾਰਾ ਵਾਰਾ, ਨਾ ਉਰਲਾ ਬੰਨਾ ਕਿਸੇ ਨੇ ਦੇਖਿਆ ਨਾ ਪਰਲਾ ਬੰਨਾ ਕਿਸੇ ਨੇ ਦੇਖਿਆ। ਜਿਵੇਂ ਕੋਈ ਨਦੀ ਚੱਲਦੀ ਉਹਦਾ ਉਰਲਾ ਕਿਨਾਰਾ ਅਤੇ ਪਰਲਾ ਕਿਨਾਰਾ ਕਈ ਵਾਰੀ ਵਿਖਾਈ ਦਿੰਦਾ। ਸੋ ਕੁਦਰਤ ਦਾ ਨਾ ਤਾਂ ਉਰਲਾ ਬੰਨਾ ਵਿਖਾਈ ਦਿੰਦਾ ਅਤੇ ਨਾ ਪਰਲਾ ਬੰਨਾ ਵਿਖਾਈ ਦਿੰਦਾ। ਸੋ ਇਸ ਕਰਕੇ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ, ਗਿਆਨ ਨੇ ਕਿਰਪਾ ਕੀਤੀ, ਰੱਬੀ ਬਖਸ਼ਿਸ਼ ਹੋਈ, ਜਿਨ੍ਹਾਂ ਨੇ ਸਾਧ ਸੰਗਤ ਜੀ ਅਗਿਆਨਤਾ ਨੇ ਸਾਡੀ ਆਤਮਾ ਨੂੰ ਕੈਦ ਵਿੱਚ ਕੀਤਾ ਹੋਇਆ ਸੀ, ਸੁਰਤ, ਮਤ, ਮਨ, ਬੁੱਧ ਨੂੰ ਕੈਦ ਵਿੱਚ ਕਰ ਲਿਆ, ਰੂਹ ਨੂੰ ਕਬਜ਼ੇ 'ਚ ਕਰ ਲਿਆ। ਜਦੋਂ ਸੁਰਤ, ਮਤ, ਮਨ, ਬੁੱਧ ਅਗਿਆਨਤਾ 'ਚ ਪ੍ਰਵੇਸ਼ ਕਰ ਗਏ ਫਿਰ ਸਾਰਾ ਕੁਛ ਹੀ ਅਗਿਆਨੀਆਂ ਵਾਲਾ ਬਣ ਗਿਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਜਦੋਂ ਗੁਰੂ ਨੇ ਕਿਰਪਾ ਕੀਤੀ, ਗਿਆਨ ਗੁਰੂ ਜੀ ਦੀ ਕਿਰਪਾ ਵਰਤੀ, ਮੁਸ਼ੱਕਤ ਘਾਲੀ ਜੀਵ ਨੇ, ਅਗਿਆਨ ਦੇ ਪਰਦੇ ਦੂਰ ਹੋ ਗਏ, ਫਿਰ ਖੁੱਲ੍ਹੜੇ ਕਪਾਟ, ਜਦੋਂ ਕਪਾਟ ਖੁੱਲ੍ਹੇ ਫਿਰ ਕੀ ਦੇਖਿਆ, ਸੋ ਹੰਦੜੋ ਹਬ ਠਾਏ ਕੋਈ ਨਾ ਦਿਸੈ ਦੂਜੜੋ। ਫਿਰ ਸਾਰੇ ਥਾਂ ਸਾਨੂੰ ਸੋਭਨੀਕ ਹੀ ਨਜ਼ਰ ਆਏ, ਕਿਉਂਕਿ ਕੋਈ ਇੱਕ ਮਾਲਕ ਤੋਂ ਬਿਨਾਂ ਦੂਜਾ ਤਾਂ ਹੈ ਹੀ ਨਹੀਂ ਨਾ, ਕੋਈ ਉਹਦਾ ਸ਼ਰੀਕ ਤਾਂ ਹੈ ਨਹੀਂ। ਮਾਲਕ ਦਾ ਸਾਧ ਸੰਗਤ ਜੀ ਕੋਈ ਸ਼ਰੀਕ ਨਹੀਂ ਹੈ। ਸ਼ਰੀਕ ਬਣਨ ਦੀ ਲੋਕ ਕੋਸ਼ਿਸ਼ ਜ਼ਰੂਰ ਕਰਦੇ ਨੇ, ਪਰ ਮਾਲਕ ਦਾ ਕੋਈ ਵੀ ਸ਼ਰੀਕ ਨਹੀਂ ਹੈਗਾ। ਤਾਂ ਤੇ ਮਾਲਕ ਦੀ ਮੌਜ ਆ, ਉਹਦੀ ਲੀਲਾ, ਉਹਦੀ ਕੀ ਅਵਸਥਾ, ਸਾਨੂੰ ਕਿਤੇ ਵੀ ਉਹ ਜਦੋਂ ਅਸੀਂ ਇਸ ਸਰੀਰ ਨੂੰ ਛੱਡ ਕੇ ਜਾਣਾ, ਜਿੰਨੀਆਂ ਕੁ ਸਾਧ ਸੰਗਤ ਜੀ ਸਾਡੀਆਂ ਨੇਕੀਆਂ ਇਕੱਠੀਆਂ ਹੋਣਗੀਆਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਸਾਨੂੰ ਬ੍ਰਹਿਮੰਡ ਦੇ ਵਿੱਚ ਰਹਿਣ ਵਾਸਤੇ ਥਾਂ ਮਿਲ ਜਾਂਦੀ ਹੈ। ਜਿੰਨੀਆਂ ਕੁ ਨੇਕੀਆਂ ਹੋਣਗੀਆਂ ਉੱਥੇ ਕੁ ਸਾਨੂੰ ਥਾਂ ਮਿਲ ਜਾਂਦੀ ਹੈ। ਜੇ ਸਾਡੇ ਕੋਲ ਔਗਣ ਹੀ ਔਗਣ ਹੋਏ ਫਿਰ ਸਾਨੂੰ ਉੱਥੇ ਥਾਂ ਮਿਲੂ। ਜੇ ਸਾਡੇ ਕੋਲ ਨੇਕੀਆਂ, ਨੇਕ ਵਿਚਾਰਾਂ, ਭਾਵਨਾਵਾਂ, ਕੁਛ ਕਰਨ ਦੀਆਂ ਇੱਛਾਵਾਂ ਹੁੰਦੀਆਂ ਨੇ ਜੀਵ ਦੀਆਂ, ਫਿਰ ਸਾਨੂੰ ਉੱਥੇ ਥਾਂ ਪ੍ਰਾਪਤ ਹੋਵੇਗੀ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਹੌਲੀ ਹੌਲੀ ਅਸੀਂ ਗਿਆਨ ਦਾ ਪਰਦਾ ਜਿਹੜਾ ਸਾਡਾ ਹਟਦਾ ਜਾਵੇ। ਹੇ ਮਾਲਕ ਕਿਰਪਾ ਕਰਿਓ ਕਿ ਸਾਡੀ ਅਗਿਆਨਤਾ ਦੇ ਪਰਦੇ ਦੂਰ ਹੋ ਜਾਣ ਅਤੇ ਤੁਹਾਡੇ ਪ੍ਰੇਮ ਦੇ ਵਿੱਚ, ਰੱਬੀ ਗਿਆਨ ਦੇ ਵਿੱਚ, ਬ੍ਰਹਮ ਗਿਆਨ ਦੇ ਵਿੱਚ ਹੀ ਸਾਡਾ ਜੀਵਨ ਬਤੀਤ ਹੋਵੇ। ਸੋ ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।